ਹਰਮੀਤ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਸਹਿਸ ਸਿਆਣਪ ਕਰ ਰਹੇ, ਮਨ ਕੋਰੈ ਰੰਗ ਨਾ ਹੋਏ। ਮਾਲਕ ਜੀ, ਕੋਰੈ ਦਾ ਭਾਵ ਸਮਝਾਉਣ ਦੀ ਕਿਰਪਾ ਕਰੋ ਜੀ। ਜਿਵੇਂ ਕਾਗਜ਼ ਦੇ ਉੱਪਰ ਕੁਛ ਨਾ ਲਿਖਿਆ ਹੋਵੇ, ਨਾ ਹੀ ਕੁਛ ਛਪਿਆ ਹੋਵੇ, ਨਾ ਹੀ ਕੋਈ ਮੂਰਤੀ ਬਣੀ ਹੋਵੇ, ਤੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਕਾਗਜ਼ ਬਿਲਕੁਲ ਕੋਰਾ ਹੈ, ਭਾਵ ਕਿ ਸਾਫ਼ ਹੈ। ਤੇ ਸਤਿਗੁਰੂ ਇਹੋ ਹੀ ਕਹਿੰਦੇ ਹਨ ਵੀ ਪਹਿਲਾਂ ਮਨ ਨੂੰ ਕੋਰਾ ਕਰਨਾ ਹੈ, ਸਾਫ਼ ਕਰਨਾ ਹੈ, ਜਾਂ ਕਹਿ ਲਓ ਨਿਰਮਲ ਕਰਨਾ ਹੈ, ਫਿਰ ਪ੍ਰਭੂ ਦਾ ਰੰਗ ਚੜ੍ਹੇਗਾ। ਪਰ ਆਦਮੀ ਮਨ ਨੂੰ ਸਾਫ਼ ਕਰਨੋਂ ਵੀ ਡਰਦਾ ਹੈ। ਖਿਆਲ ਵਿੱਚ ਰੱਖਿਓ ਥੋੜ੍ਹੀ ਜਿਹੀ ਇਹ ਗੱਲ, ਗੌਰ ਨਾਲ ਸਮਝੋਗੇ ਤੁਹਾਡੇ ਖਿਆਲ ਵਿੱਚ ਆਵੇਗੀ ਵੀ ਮਨੁੱਖ ਮਨ ਨੂੰ ਸਾਫ਼ ਕਰਨ ਤੋਂ ਵੀ ਡਰਦਾ ਹੈ। ਕਿਵੇਂ ਡਰਦਾ ਹੈ, ਤੁਸੀਂ ਇਸ ਉਪਦੇਸ਼ ਦੁਆਰਾ ਥੋੜ੍ਹਾ ਜਿਹਾ ਸਮਝੋ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨ ਮੀਤ। ਨਾਨਕ ਮੂਰਤ ਚਿੱਤਰ ਜਿਉ, ਛਾਡਤ ਨਾਹਿ ਨ ਪੀਤ। ਕਹਿੰਦੇ ਹਨ ਮਾਇਆ ਦੇ ਵਿੱਚ ਮਨ ਏਦਾਂ ਰਮਿਆ ਹੋਇਆ ਹੈ, ਛੱਡਦਾ ਨਹੀਂ ਹੈ ਮਾਇਆ ਨੂੰ। ਜਿਵੇਂ ਮੂਰਤ ਚਿੱਤਰ ਜਿਉ, ਛਾਡਤ ਨਾਹਿ ਨ ਪੀਤ। ਜਿਵੇਂ ਚਿੱਤਰ ਬਣਿਆ ਹੋਇਆ ਹੈ ਇੱਕ ਕਾਗਜ਼ 'ਤੇ ਜਾਂ ਕੈਨਵਸ 'ਤੇ, ਤੋ ਆਪਣੀ ਸ਼ਾਹੀ ਨੂੰ ਨਹੀਂ ਛੱਡਦਾ ਹੈ, ਰੰਗ ਨਹੀਂ ਛੱਡਦਾ ਹੈ ਉਹ ਚਿੱਤਰ। ਅਗਰ ਉਹ ਚਿੱਤਰ, ਉਹ ਪੇਂਟਿੰਗ ਆਪਣਾ ਰੰਗ ਛੱਡ ਦੇਵੇ ਤੋ ਚਿੱਤਰ ਤੇ ਰਿਹਾ ਹੀ ਨਾ, ਫਿਰ ਤੇ ਸਿਰਫ ਉਹ ਕੋਰਾ ਕਾਗਜ਼ ਹੀ ਰਹਿ ਗਿਆ ਜਾਂ ਕੈਨਵਸ ਹੀ ਰਹਿ ਗਈ ਕਹਿ ਲਓ। ਇਵੇਂ ਹੀ ਮਨੁੱਖ ਆਪਣੇ ਮਨ ਰੂਪੀ ਕਾਗਜ਼ ਦੇ ਉੱਪਰ ਜਾਂ ਕੈਨਵਸ ਦੇ ਉੱਪਰ ਕਹਿ ਲਈਏ, ਜਿਹੜੇ ਚਿੱਤਰ ਬਣੇ ਹੋਏ ਹਨ ਉਹਨਾਂ ਨੂੰ ਛੱਡਦਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਛੱਡ ਦਿੱਤਾ ਫਿਰ ਮਨੁੱਖ ਦੀ ਹੋਂਦ ਹੀ ਨਾ ਰਹਿ ਗਈ ਨਾ। ਦਰਅਸਲ ਤੁਸੀਂ ਸਹੀ ਸਮਝੋ ਤੇ ਤੁਸੀਂ ਮਨ ਰੂਪੀ ਕਾਗਜ਼ ਦੇ ਉੱਪਰ ਜਿਹੜੇ ਚਿੱਤਰ ਬਣਾਏ ਹੋਏ ਹਨ ਜਾਂ ਲਿਖਿਆ ਹੋਇਆ ਹੈ ਨਾ, ਉਹਨੂੰ ਹੀ ਆਪਣਾ ਸਰੂਪ ਸਮਝਦੇ ਹੋ। ਜੋ ਵੀ ਸੰਸਾਰ ਨੇ ਚਿੱਤਰ ਬਣਾ ਦਿੱਤੇ ਤੁਹਾਡੇ ਮਨ ਦੇ ਉੱਪਰ, ਜਾਂ ਕੁਛ ਤੁਸੀਂ ਆਪ ਬਣਾ ਲਏ, ਕਲਪਨਾ ਕਰ ਲਈ, ਜੋ ਕੁਛ ਵੀ ਸੰਸਾਰ ਨੇ ਤੁਹਾਡੇ ਮਨ ਦੇ ਉੱਪਰ ਲਿਖ ਦਿੱਤਾ ਜਾਂ ਕੁਛ ਤੁਸੀਂ ਆਪ ਲਿਖ ਲਿਆ, ਤੁਸੀਂ ਉਹਨੂੰ ਹੀ ਆਪਣਾ ਆਪ ਸਮਝਦੇ ਹੋ। ਇਸੇ ਕਾਰਨ ਹੀ ਉਹ ਜੋ ਚਿੱਤਰ ਹਨ ਉਹ ਛੁੱਟਦੇ ਨਹੀਂ ਹਨ। ਫਿਰ ਖਿਆਲ ਵਿੱਚ ਲਓ, ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਸੀ ਉਦੋਂ ਬਿਲਕੁਲ ਤੁਹਾਡਾ ਸਾਫ਼ ਮਨ ਸੀ, ਕੋਰਾ ਕਾਗਜ਼ ਸੀ ਕਹਿ ਲਈ, ਤੇ ਉਹਦੇ ਉੱਪਰ ਸੰਸਾਰਿਕ ਲੋਕਾਂ ਨੇ ਬਹੁਤ ਕੁਛ ਲਿਖ ਦਿੱਤਾ ਵੀ ਤੁਸੀਂ ਸਿੱਖ ਹੋ, ਤੇ ਤੁਸੀਂ ਮੰਨ ਲਿਆ ਉਸ ਲਿਖੇ ਹੋਏ ਨੂੰ।
ਤੁਹਾਡਾ ਇਹ ਧਰਮ ਹੈ, ਇਹ ਜਾਤੀ ਹੈ, ਇਹ ਵਰਨ ਹੈ, ਤੁਸੀਂ ਉਹ ਮੰਨ ਲਿਆ, ਲਿਖਿਆ ਹੋਇਆ ਹੈ ਮਨ ਰੂਪੀ ਕਾਗਜ਼ ਦੇ ਉੱਪਰ, ਅਤੇ ਇਸ ਲਿਖੇ ਹੋਏ ਨੂੰ ਤੁਸੀਂ ਮੰਨਦੇ ਹੋ। ਬਹੁਤ ਸਾਰੀਆਂ ਤਸਵੀਰਾਂ ਸੰਸਾਰ ਨੇ ਬਣਾ ਦਿੱਤੀਆਂ ਤੁਹਾਡੇ ਮਨ 'ਤੇ, ਕੁਛ ਤੁਸੀਂ ਆਪ ਬਣਾ ਲਈ। ਉਹ ਤਸਵੀਰਾਂ ਦੁਆਰਾ ਤੁਸੀਂ ਆਪਣਾ ਆਪ ਸਰੂਪ ਆਪਣਾ ਬਣਾ ਲੈਂਦੇ ਹੋ ਵੀ ਮੈਂ ਇਹੋ ਜਿਹਾ। ਕਿਸੇ ਨੇ ਕਿਹਾ ਸੁੰਦਰ ਹੈ ਅਤੇ ਤੁਸੀਂ ਸੁੰਦਰ ਸਮਝ ਲਿਆ, ਬੁੱਧੀਮਾਨ ਹੋ ਅਤੇ ਤੁਸੀਂ ਬੁੱਧੀਮਾਨ ਸਮਝ ਲਿਆ, ਸਾਧੂ ਹੋ ਅਤੇ ਸਾਧੂ ਸਮਝ ਲਿਆ। ਭਾਵ ਕਿ ਜੋ ਲਿਖਿਆ ਹੋਇਆ ਹੈ ਮਨ ਰੂਪੀ ਕਾਗਜ਼ ਦੇ ਉੱਪਰ, ਉਹਨੂੰ ਹੀ ਤੁਸੀਂ ਆਪਣਾ ਆਪ ਸਮਝ ਰਹੇ ਹੋ। ਅਤੇ ਇਹਨੂੰ ਸਾਫ਼ ਕਿਵੇਂ ਕਰੋਗੇ? ਅਗਰ ਸਾਫ਼ ਕਰੋਗੇ ਤਾਂ ਫਿਰ ਪੂਰਾ ਹੀ ਸਾਫ਼ ਹੋਵੇਗਾ ਨਾ। ਜੋ ਵੀ ਲਿਖਿਆ ਹੋਇਆ ਸੰਸਾਰ ਨੇ ਲਿਖ ਦਿੱਤਾ ਵੀ ਤੁਸੀਂ ਹਿੰਦੂ ਹੋ, ਮੁਸਲਮਾਨ ਹੋ, ਸਿੱਖ ਹੋ, ਸੰਸਾਰ ਨੇ ਲਿਖਿਆ ਹੈ ਨਾ। ਸੰਸਾਰ ਨੇ ਜਾਤੀਆਂ ਪਾਤੀਆਂ ਤੁਹਾਨੂੰ ਦੱਸ ਦਿੱਤੀਆਂ, ਸੰਸਾਰ ਨੇ ਹੀ ਸਭ ਕੁਛ ਦੱਸ ਦਿੱਤਾ, ਤੋ ਤੁਸੀਂ ਲਿਖ ਆਏ। ਤੇ ਤੁਸੀਂ ਕੋਰੇ ਸੀ, ਨਾ ਕੋਈ ਜਾਤ ਸੀ, ਨਾ ਕੋਈ ਪਾਤ ਸੀ, ਨਾ ਕੋਈ ਨਾਮ ਸੀ, ਨਾ ਕੋਈ ਜਾਤੀ ਮਜ਼ਹਬ ਸੀ, ਨਾ ਕੋਈ ਆਕਾਰ ਸੀ। ਉਦੋਂ ਤੁਸੀਂ ਲੈ ਕੇ ਆਏ, ਖਿਆਲ ਹੀ ਨਹੀਂ ਸੀ ਤੁਹਾਨੂੰ। ਸੰਸਾਰ ਦੇ ਖਿਆਲ ਦੁਆਰਾ ਆਕਾਰ ਬਣ ਗਏ, ਅਤੇ ਇਹਨਾਂ ਆਕਾਰਾਂ ਨੂੰ ਹੀ ਤੁਸੀਂ ਆਪਣਾ ਆਪ ਸਮਝਦੇ ਹੋ। ਇਸੇ ਕਰਕੇ ਹੀ ਤੁਸੀਂ ਮਨ ਨੂੰ ਸਾਫ਼ ਨਹੀਂ ਕਰਨਾ ਚਾਹੁੰਦੇ ਹੋ, ਕਿਉਂਕਿ ਸਾਫ਼ ਹੋ ਗਿਆ ਅਤੇ ਫਿਰ ਤੁਹਾਡੀ ਆਈਡੀ ਖੋ ਗਈ ਨਾ। ਤੁਸੀਂ ਕੌਣ ਹੋ ਫਿਰ ਬੁੱਲੇ ਵਾਂਗੂ ਦੱਸ ਨਹੀਂ ਸਕੋਗੇ। ਅਤੇ ਸਤਿਗੁਰੂ ਕਹਿੰਦੇ ਹਨ ਪਹਿਲਾਂ ਸਾਫ਼ ਕਰੋ ਮਨ ਨੂੰ, ਨਿਰਮਲ ਕਰੋ, ਕੋਰਾ ਕਰੋ, ਭਾਵ ਕਿ ਮਰਨਾ ਕਬੂਲ ਕਰੋ। ਉਹ ਮਰਨਾ ਹੀ ਹੁੰਦਾ ਹੈ, ਕਿਉਂਕਿ ਇਹ ਜਿਹੜੀ ਬਾਹਰ ਦੀ ਆਈਡੀ ਹੈ ਖੋ ਜਾਣੀ ਹੈ। ਮਰਨ ਵਰਗਾ ਹੀ ਅਨੁਭਵ ਹੋਣਾ ਹੈ ਸੰਸਾਰ ਵੱਲ, ਇਹੋ ਹੀ ਮਰਨਾ ਹੈ। ਮਰਨਾ ਕੀ ਹੈ? ਜੋ ਤੁਸੀਂ ਆਪਣਾ ਬਣਾ ਲਿਆ ਹੈ ਬਾਹਰੋਂ ਸਰੂਪ, ਘੜ ਲਿਆ ਹੈ, ਸੰਸਾਰ ਨੇ ਘੜ ਦਿੱਤਾ ਹੈ। ਜੋ ਮਨ ਰੂਪੀ ਕਾਗਜ਼ ਦੇ ਉੱਪਰ ਤੁਸੀਂ ਆਪਣੀ ਤਸਵੀਰ ਬਣਾ ਲਈ, ਚਿੱਤਰ ਬਣਾ ਲਈ, ਤੁਹਾਨੂੰ ਮਨ ਛੱਡਦਾ ਨਹੀਂ ਹੈ, ਕਿਉਂਕਿ ਉਹਨੂੰ ਹੀ ਆਪਣਾ ਆਪ ਸਮਝ ਬੈਠਾ। ਨਾਨਕ ਮੂਰਤ ਚਿੱਤਰ ਜਿਉਂ ਛੱਡਤ ਨਾਹਿ ਨ ਪੀਤ, ਕਹਿੰਦੇ ਉਹ ਛੱਡਦਾ ਨਹੀਂ ਹੈ, ਇਹਦਾ ਮਨ ਵੀ ਨਹੀਂ ਛੱਡਦਾ ਹੈ। ਮਨ ਕਹਿੰਦਾ ਫਿਰ ਹੋਂਦ ਹੀ ਖਤਮ ਹੋ ਜਾਣੀ ਹੈ, ਅਤੇ ਹੋ ਵੀ ਜਾਣੀ ਹੈ, ਅਤੇ ਸੰਸਾਰ ਦੀ ਹੋਂਦ ਖਤਮ ਹੋਊਗੀ, ਸੰਸਾਰ ਵੱਲੋਂ ਹੋਂਦ ਖਤਮ ਹੋਊਗੀ, ਫਿਰ ਹੀ ਹੋਂਦ ਅਧਿਆਤਮ ਵੱਲ ਸ਼ੁਰੂ ਹੁੰਦੀ ਹੈ। ਇਸੇ ਕਾਰਨ ਹੀ ਸਤਿਪੁਰ ਕਹਿੰਦੇ ਹਨ ਪਰ ਸੰਸਾਰ ਦੀ ਆਈਡੀ ਖਤਮ ਕਰੋ ਪਹਿਲਾਂ ਤੁਸੀਂ, ਫਿਰ ਤੁਹਾਨੂੰ ਅਸਲੀ ਤੁਹਾਡੀ ਆਈਡੀ ਦੱਸਦੇ। ਪਰ ਬਾਹਰ ਸੰਸਾਰ ਨੇ ਜੋ ਤੁਹਾਡਾ ਸਰੂਪ ਦੱਸ ਦਿੱਤਾ ਹੈ ਜਾਂ ਤੁਸੀਂ ਆਪ ਬਣਾ ਲਿਆ ਹੈ, ਸੰਸਾਰ ਦਾ ਰੰਗ ਚੜ੍ਹ ਗਿਆ ਹੈ। ਸੰਸਾਰ ਦਾ ਇਹੋ ਹੀ ਰੰਗ ਹੈ, ਸੰਸਾਰ ਦੀ ਵਿਚਾਰਧਾਰਾ। ਕਹਿੰਦੇ ਨਾ ਸਹਿਸ ਸਿਆਣਪਾਂ ਕਰ ਰਹੇ, ਮਨ ਕੋਰੇ ਰੰਗ ਨਾ ਹੋਏ। ਦਰਅਸਲ ਸਿਆਣਪ ਦੁਆਰਾ ਵੀ ਰੰਗ ਮੈਲਾ ਹੁੰਦਾ ਹੈ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਹਨ ਇੱਧਰ ਨੂੰ ਨਹੀਂ ਜਾਵੇਗੀ ਸਿਆਣਪ ਪਰਮਾਰਥ ਵੱਲ ਨੂੰ, ਉਹ ਤੁਹਾਡੀ ਜਿਹੜੀ ਸੰਸਾਰ ਦੀ ਸਿਆਣਪ, ਅਤੇ ਸੰਸਾਰ ਦੀ ਸਿਆਣਪ ਕਰਕੇ ਹੀ ਮਨ ਮੈਲਾ ਹੋ ਰਿਹਾ ਹੈ। ਖਿਆਲ ਵਿੱਚ ਲਓ। ਅਤੇ ਪਹਿਲਾਂ ਤਾਂ ਸੰਸਾਰ ਨੇ ਬਹੁਤ ਕੁਛ ਤੁਹਾਨੂੰ ਸਿਖਾ ਦਿੱਤਾ, ਤੁਹਾਡੇ ਮਨ ਦੇ ਉੱਪਰ ਉਕਰਿਆ ਗਿਆ ਵੀ ਤੁਸੀਂ ਪਿਤਾ ਹੋ, ਤੁਸੀਂ ਪੁੱਤਰ ਹੋ, ਤੁਸੀਂ ਮਾਂ ਹੋ, ਹੋਰ ਬਹੁਤ ਸਾਰੀ ਰਿਸ਼ਤੇਦਾਰੀਆਂ ਜੋੜ ਦਿੱਤੀਆਂ, ਅਤੇ ਤੁਸੀਂ ਸਮਝ ਲਿਆ ਵੀ ਮੈਂ ਪੇ ਹਾਂ,
ਪਿਤਾ ਹਾਂ ਜਾਂ ਮੈਂ ਮਾਤਾ ਹਾਂ ਜਾਂ ਮੈਂ ਭਾਈ ਹਾਂ ਜਾਂ ਮੈਂ ਭੈਣ ਹੋ ਥੋੜ੍ਹੀ ਤੁਸੀਂ ਕੋਈ। ਸਿਰਫ ਲੋਕਾਂ ਨੇ ਕਿਹਾ ਅਤੇ ਤੁਸੀਂ ਸਮਝ ਲਿਆ ਅਤੇ ਆਪਣੇ ਆਪ ਨੂੰ ਵੈਸਾ ਹੀ ਤੁਸੀਂ ਸਮਝਦੇ ਹੋ। ਤੁਸੀਂ ਸਮਝਦਾਰ ਹੋ, ਤੁਸੀਂ ਗਿਆਨੀ ਹੋ, ਤੁਸੀਂ ਵਿਦਵਾਨ ਹੋ, ਤੁਸੀਂ ਧਾਰਮਿਕ ਹੋ, ਤੁਸੀਂ ਇਹ ਜਾਤੀ ਦੇ ਹੋ। ਸਭ ਲਿਖਿਆ ਗਿਆ, ਤੁਸੀਂ ਯਾਦ ਕਰ ਲਿਆ, ਤੁਸੀਂ ਇਸ ਧਰਮ ਦੇ ਹੋ। ਅਤੇ ਪਹਿਲਾਂ ਸੰਸਾਰ ਨੇ ਉਹ ਮਨ ਮੈਲਾ ਕੀਤਾ, ਬਹੁਤ ਕੁਛ ਲਿਖ ਦਿੱਤਾ। ਫਿਰ ਧਾਰਮਿਕ ਲੋਕ ਵੀ ਉੱਪਰ ਲਿਖਦੇ ਹਨ। ਫਿਰ ਸੰਸਾਰਿਕ ਰੰਗ ਪਹਿਲਾਂ ਹੀ ਚੜ੍ਹਿਆ ਹੋਇਆ, ਬਹੁਤ ਸਾਰੀਆਂ ਤਸਵੀਰਾਂ ਤੁਹਾਡੇ ਮਨ ਰੂਪੀ ਕਾਗਜ਼ ਦੇ, ਕੋਰੇ ਕਾਗਜ਼ ਦੇ ਉੱਪਰ ਬਣ ਗਈਆਂ। ਬਹੁਤ ਜ਼ਿਆਦਾ ਗੱਟ ਮਾਟੀ ਹੋ ਗਿਆ, ਰੰਗ ਹੀ ਰੰਗ ਹੋ ਗਏ, ਮੈਲਾ ਹੀ ਮੈਲਾ ਹੋ ਗਿਆ ਮਨ। ਅਤੇ ਫਿਰ ਉੱਪਰ ਧਾਰਮਿਕ ਲੋਕ ਆਪਣਾ ਰੰਗ ਚਾੜ ਦਿੰਦੇ ਹਨ। ਸੰਸਾਰ ਦਾ ਰੰਗ ਨਹੀਂ ਲਾਉਂਦੇ ਹਨ, ਉੱਪਰ ਹੋਰ ਰੰਗ ਚਾੜ ਦਿੰਦੇ ਹਨ ਧਾਰਮਿਕ ਲੋਕ। ਉਹ ਇਤਿਹਾਸ ਸੁਣਾ ਸੁਣਾ ਕੇ ਗੁਰੂਆਂ ਦੀਆਂ ਤਸਵੀਰਾਂ ਵੀ ਉੱਕਰ ਦਿੰਦੇ ਹਨ ਉੱਪਰ ਹੀ। ਹੋਰ ਬਹੁਤ ਤਸਵੀਰਾਂ ਹਨ, ਮੂਰਤੀਆਂ ਹਨ, ਬਹੁਤ ਰੰਗ ਹੈ ਉਹਦੇ ਉੱਪਰ, ਹੋਰ ਵੀ ਧਾਰਮਿਕ ਰੰਗ ਚੜ੍ਹੀ ਜਾਂਦਾ, ਉਹ ਵੀ ਵਿੱਚੇ ਹੀ। ਇਸੇ ਕਰਕੇ ਹੀ ਸੰਸਾਰਿਕ ਲੋਕ ਧਰਮ ਨੂੰ ਵੀ ਸੰਸਾਰ ਦਾ ਹਿੱਸਾ ਬਣਾ ਦਿੰਦੇ ਹਨ, ਕਿਉਂਕਿ ਸੰਸਾਰਿਕ ਵਿਚਾਰਧਾਰਾ ਲੈ ਕੇ ਚੱਲ ਰਹੇ। ਸੰਸਾਰਿਕ ਸਮਝ ਜਿਹੜੀ ਹੈ ਉਹਦੇ ਦੁਆਰਾ ਹੀ ਤਾਂ ਮਨ ਮੈਲਾ ਹੋ ਰਿਹਾ ਹੈ। ਫਿਰ ਜਿੰਨੀ ਸਮਝ ਵੱਧਦੀ ਹੈ ਉਨੀ ਵਿਚਾਰਧਾਰਾ ਵੱਧਦੀ ਹੈ। ਫਿਰ ਧਾਰਮਿਕ ਲੋਕ ਆਉਂਦੇ ਹਨ, ਵਿਚਾਰ ਕਰੋ, ਅਤੇ ਵਿਚਾਰ ਦੁਆਰਾ ਹੋਰ ਮਨ ਮੈਲਾ ਹੁੰਦਾ ਹੈ। ਖਿਆਲ ਵਿੱਚ ਲਓ, ਇੱਕ ਤਾਂ ਸੰਸਾਰਿਕ ਵਿਚਾਰ ਹਨ, ਮੈਲਾ ਕਰਦੇ ਹਨ ਮਨ ਨੂੰ। ਫਿਰ ਧਾਰਮਿਕ ਵਿਚਾਰ ਵੀ ਹਨ, ਉਹ ਵੀ ਮੈਲਾ ਕਰੀ ਜਾਂਦੇ ਹਨ। ਤੁਸੀਂ ਇਉਂ ਸਮਝ ਲਓ, ਕਾਗਜ਼ ਦੇ ਉੱਤੇ ਸੰਸਾਰਿਕ ਸ਼ਬਦ ਲਿਖੇ ਹੋਣ ਜਾਂ ਧਾਰਮਿਕ ਸ਼ਬਦ ਆਵਾਗੁਣ ਲਿਖ ਦਿਓ, ਅਤੇ ਕਾਗਜ਼ ਕੋਰਾ ਤਾਂ ਨਾ ਰਹਿ ਗਿਆ। ਧਾਰਮਿਕ ਤਸਵੀਰਾਂ ਬਣਾ ਦਿਓ ਕਾਗਜ਼ ਦੇ ਉੱਪਰ, ਕੋਰਾ ਕਿੱਥੋਂ ਰਹਿ ਗਿਆ ਫਿਰ। ਅਤੇ ਫਿਰ ਤਸਵੀਰਾਂ ਵੀ ਇੰਨੀਆਂ ਬਣਾਉਂਦੇ ਹਨ ਧਾਰਮਿਕ ਲੋਕ ਮਨ ਦੇ ਉੱਪਰ, ਉਹਨਾਂ ਦੇ ਬਹੁਤ ਭਰੀਆਂ ਪਈਆਂ ਹਨ, ਬਹੁਤ ਸ਼ਬਦ ਹਨ। ਅਤੇ ਜ਼ਿਆਦਾ ਸਮਝਦਾਰ ਲੋਕ ਜਿਹੜੇ ਹਨ ਉਹਨਾਂ ਦਾ ਮੈਲਾ ਹੋ ਜਾਂਦਾ ਹੈ ਜ਼ਿਆਦਾ ਮਨ। ਇਸੇ ਕਰਕੇ ਕਿਹਾ ਹੈ, ਪੰਡਿਆ ਕਵਨ ਕੁ ਮਤ ਤੁਮ ਲਾਗੇ, ਆਪ ਡੁੱਬੇ ਚਾਹੋਂ ਵੇਦ ਮੇਂ ਚੇਲੇ ਦੀਏ ਬਹਾਏ। ਹੁਣ ਵਿਦਵਾਨ ਸਨ, ਉਹ ਵਿਚਾਰ ਕਰਦੇ ਸਨ ਸ਼ਾਸਤਰਾਂ ਦੀ। ਜਿਵੇਂ ਤੁਸੀਂ ਸਿੱਖ ਹੋ, ਗੁਰਬਾਣੀ ਦੀ ਵਿਚਾਰ ਕਰਦੇ ਹੋ, ਅਤੇ ਤੁਸੀਂ ਕੀ ਸੋਚ ਰਹੇ ਹੋ ਵੀ ਉਹ ਨਿਰਮਲ ਹੋ ਰਿਹਾ ਹੈ ਮਨ? ਨਹੀਂ, ਵਿਚਾਰਾਂ ਦੇ ਨਾਲ ਜ਼ਿਆਦਾ ਭਰ ਰਿਹਾ, ਜ਼ਿਆਦਾ ਮੈਲਾ ਹੋ ਰਿਹਾ। ਮੈਂ ਦੇਖ ਰਿਹਾ, ਜਿੰਨੇ ਜ਼ਿਆਦਾ ਵਿਚਾਰ ਕਰ ਰਹੇ ਹਨ ਲੋਕ, ਓਨਾ ਹੀ ਮਨ ਮੈਲਾ ਹੋ ਰਿਹਾ ਹੈ, ਸ਼ਬਦਾਂ ਨਾਲ ਭਰ ਰਿਹਾ ਹੈ, ਵਿਚਾਰਾਂ ਨਾਲ ਭਰ ਰਿਹਾ ਹੈ। ਕਰਨਾ ਸੀ ਨਿਰਮਲ। ਉਹ ਹੀ ਸਮਝ ਸੰਸਾਰ ਦੀ ਮੈਲਾ ਕਰਦੀ। ਅਤੇ ਇਸੇ ਕਰਕੇ ਕਿਹਾ ਹੈ ਨਾ ਵੀ ਗੁਰੂ ਕੀ ਮਤ ਤੂੰ ਲੇਹ ਏੜਿਆ, ਭਗਤ ਬਿਨਾ ਬਹੁਤ ਡੂਬੇ ਸਿਆਣ। ਵੀ ਸੰਸਾਰਿਕ ਸਮਝ ਛੱਡ, ਜੋ ਸੰਸਾਰ ਨੇ ਤੈਨੂੰ ਸਿਖਾ ਦਿੱਤਾ ਹੈ, ਅਤੇ ਜੋ ਵੀ ਤੂੰ ਸਿੱਖ ਲਿਆ ਹੈ ਸੰਸਾਰ ਦੇ ਢੰਗ ਦੇ ਨਾਲ ਜਾਂ ਧਾਰਮਿਕ ਢੰਗ ਦੇ ਨਾਲ ਵੀ ਜੋ ਸਿੱਖ ਲਿਆ ਹੈ, ਉਹ ਸਮਝ ਤੈਨੂੰ ਸਾਰੀ ਸੰਸਾਰ 'ਚੋਂ ਮਿਲੀ ਹੈ ਜਾਂ ਧਾਰਮਿਕ ਲੋਕਾਂ ਨੇ ਦੇ ਦਿੱਤੀ, ਉਹ ਵਾਸਤਵਿਕ ਨਹੀਂ ਹੈ। ਉਹਦੇ ਨਾਲ ਮੈਲਾ ਹੋ ਰਿਹਾ ਹੈ ਮਨ। ਅਤੇ ਸਿਆਣਪ ਦੁਆਰਾ ਬਹੁਤ ਮੈਲਾ ਹੁੰਦਾ, ਅਤੇ ਸਿਆਣਪ ਛੱਡਣੀ ਬਹੁਤ ਕਠਿਨ ਹੈ, ਇਹ ਗੱਲ ਖਿਆਲ ਵਿੱਚ ਰੱਖਿਓ। ਅਤੇ ਜੋ ਵੀ ਤੁਹਾਨੂੰ ਸਿਖਾ ਦਿੱਤਾ ਹੈ ਸੰਸਾਰ ਨੇ ਜਾਂ ਧਾਰਮਿਕ ਲੋਕਾਂ ਨੇ, ਉਹ ਸਭ ਮਨ ਦੇ ਉੱਪਰ ਉਕਰਿਆ ਗਿਆ ਹੈ। ਅਤੇ ਇਹ ਮਨ ਰੂਪੀ ਕਾਗਜ਼ ਨੂੰ ਅਗਰ ਤੁਸੀਂ ਕੋਰਾ ਕਰਨਾ ਹੈ, ਅਤੇ ਪਹਿਲਾਂ ਇਹ ਸੰਸਾਰਿਕ ਰੰਗ ਸਾਰਾ ਹੀ ਲਾਉਣਾ ਪਵੇਗਾ। ਅਤੇ ਸੰਸਾਰਿਕ ਰੰਗ ਸੰਸਾਰਿਕ ਜੋੜ ਤੋਂ ਬਣਦਾ ਹੈ।
ਅਗਰ ਤੁਸੀਂ ਜੋੜ ਤੋੜਦੇ ਜਾਓ, ਇਹੋ ਹੀ ਬੰਧਨ ਹਨ। ਫਿਰ ਧਾਰਮਿਕ ਰੰਗ ਹੈ, ਉਹਦੇ ਨਾਲ ਵੀ ਮਨ ਮੈਲਾ ਹੁੰਦਾ ਹੈ, ਕਿਉਂਕਿ ਉਹ ਵੀ ਇੱਕ ਖਿਆਲ ਹੀ ਹੈ। ਧਾਰਮਿਕ ਵਿਚਾਰਧਾਰਾ ਹੈ, ਉਹਦੇ ਨਾਲ ਵੀ ਮੈਲਾ ਹੁੰਦਾ ਹੈ ਮਨ। ਅਗਰ ਤੁਸੀਂ ਸਹੀ ਸਮਝੋ ਨਾ, ਆਪਣੀ ਮੱਤ ਦੁਆਰਾ ਤੁਸੀਂ ਜੋ ਵੀ ਕਰੋਗੇ ਨਾ, ਉਹਦੇ ਦੁਆਰਾ ਹੀ ਮਨ ਮੈਲਾ ਹੋਵੇਗਾ। ਇਸੇ ਕਾਰਨ ਹੀ ਕਿਹਾ ਹੈ ਵੀ ਆਪਣੀ ਮੱਤ ਨੂੰ ਛੱਡੋ, ਬਸ ਗੁਰੂ ਦੀ ਮੱਤ ਲੈ ਲਓ। ਫਿਰ ਗੁਰੂ ਜਾਣਦਾ ਹੈ ਵੀ ਮਨ ਨੂੰ ਕੋਰਾ ਕਿਵੇਂ ਕਰਨਾ ਹੈ। ਫਿਰ ਜਦੋਂ ਕੋਰਾ ਹੁੰਦਾ ਹੈ ਨਾ, ਮਨ ਸਾਫ਼ ਹੁੰਦਾ ਹੈ, ਕੋਈ ਵੀ ਆਕਾਰ ਨਹੀਂ ਰਹਿ ਜਾਂਦਾ, ਕੋਈ ਲਿਖਾਵਟ ਨਹੀਂ ਰਹਿ ਜਾਂਦੀ, ਬਿਲਕੁਲ ਨਿਰਮਲ ਹੋ ਜਾਂਦਾ ਹੈ। ਫਿਰ ਆਪਣੇ ਆਪ ਹੀ ਉਹਦੇ ਉੱਪਰ ਰੰਗ ਪ੍ਰਭੂ ਦਾ ਚੜ੍ਹਨ ਲੱਗ ਜਾਂਦਾ ਹੈ। ਤੇ ਪਹਿਲਾਂ ਮਨ ਸਾਫ਼ ਕਰਨਾ ਹੈ, ਸੰਸਾਰਿਕ ਰੰਗ ਛੱਡਣੇ ਹਨ, ਸੰਸਾਰਿਕ ਰੰਗ ਰਲੀਆਂ ਛੱਡਣੀਆਂ ਹਨ, ਸੰਸਾਰਿਕ ਰਸ ਛੱਡਣੇ ਹਨ, ਸੰਸਾਰਿਕ ਸੰਬੰਧ ਛੱਡਣੇ ਹਨ। ਫਿਰ ਧਾਰਮਿਕ ਲੋਕਾਂ ਨੇ ਜਿਹੜੇ ਰੰਗ ਚੜ੍ਹਾਏ ਹਨ, ਉਹ ਵੀ ਛੱਡਣੇ ਹਨ। ਜਦੋਂ ਸਭ ਰੰਗ ਛੁੱਟ ਗਏ ਨਾ, ਫਿਰ ਤੁਹਾਡੀ ਸੰਸਾਰਿਕ ਆਈਡੀ ਖਤਮ ਹੋ ਜਾਣੀ। ਕਿਉਂਕਿ ਜਦੋਂ ਮਨ ਨਿਰਮਲ ਹੋ ਗਿਆ, ਫਿਰ ਤੁਸੀਂ ਉੱਥੇ ਦੇਖੋਗੇ ਤੇ ਉੱਥੇ ਕੋਈ ਸਿੱਖ ਨਹੀਂ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ, ਕੋਈ ਆਪਣਾ ਨਹੀਂ, ਕੋਈ ਪਰਾਇਆ ਨਹੀਂ। ਨਿਰਮਲ ਮਨ ਨੂੰ ਹੀ ਸਨਾਤਨ ਮੰਨ ਗਿਆ ਹੈ। ਫਿਰ ਸਨਾਤਨ ਹੀ ਸਨਾਤਨ ਦੇ ਵਿੱਚ ਖੋ ਜਾਂਦਾ ਹੈ।